ਵੈਲਕਮ ਟੂ ਇਲੈਕਟ੍ਰੋਨਿਕ ਵੋਕੇਸ਼ਨਲ। ਅੱਜ ਦੀ ਇਸ ਵੀਡੀਓ 'ਚ ਆਪਾਂ ਟੌਪਿਕ ਕਰਾਂਗੇ ਆਪਟੀਕਲ ਫਾਈਬਰ। ਸਭ ਤੋਂ ਪਹਿਲਾਂ ਆਪਾਂ ਇਸ ਦੀ ਪਰਿਭਾਸ਼ਾ ਕਰਾਂਗੇ। ਆਪਟੀਕਲ ਫਾਈਬਰ ਇੱਕ ਕੇਬਲ ਦੀ ਕਿਸਮ ਹੀ ਹੈ ਜਿਸ ਦੀ ਵਰਤੋਂ ਅੱਜ ਕੱਲ੍ਹ ਬਹੁਤ ਜ਼ਿਆਦਾ ਹੁੰਦੀ ਹੈ। ਸਭ ਤੋਂ ਪਹਿਲਾਂ ਆਪਾਂ ਇਹੀ ਦੇਖਦੇ ਹਾਂ ਕਿ ਇਹਨੂੰ ਕਿੱਥੇ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਟੀਵੀ ਦੇ ਵਿੱਚ ਆਪਾਂ ਡਿਸ਼ ਤੋਂ ਟੀਵੀ ਤੱਕ ਕਨੈਕਸ਼ਨ ਦਿੰਨੇ ਆ, ਐਂਟੀਨਾ ਤੋਂ ਟੀਵੀ ਤੱਕ ਕਨੈਕਸ਼ਨ ਦਿੰਨੇ ਆ। ਉੱਥੇ ਜਿਹੜੀ ਕੇਬਲ ਜਿਹੜੀ ਤਾਰ ਵਰਤੀ ਜਾਂਦੀ ਹੈ ਉਹ ਆਪਟੀਕਲ ਫਾਈਬਰ ਹੁੰਦੀ ਹੈ। ਜਾਂ ਫਿਰ ਘਰੇ ਜਾਂ ਕੰਪਿਊਟਰ ਲੈਬਸ ਦੇ ਵਿੱਚ ਜਿਹੜਾ ਨੈਟ ਕਨੈਕਸ਼ਨ ਆਪਾਂ ਲੈਂਦੇ ਆ ਉੱਥੇ ਵੀ ਆਪਟੀਕਲ ਫਾਈਬਰ ਵਰਤੀ ਜਾਂਦੀ ਹੈ। ਇਸ ਤੋਂ ਬਿਨਾਂ ਟੈਲੀਫੋਨ ਜਿਵੇਂ ਕਿ ਆਪਾਂ ਚਲੋ BSNL ਦੀ ਐਗਜ਼ਾਮਪਲ ਹੀ ਲਈਏ, ਅੱਜ ਕੱਲ੍ਹ ਉਹ ਵੀ ਸਾਨੂੰ ਇੰਟਰਨੈਟ ਪ੍ਰੋਵਾਈਡ ਕਰਦੇ ਨੇ। ਉੱਥੇ ਵੀ ਉਹ ਆਪਟੀਕਲ ਫਾਈਬਰ ਦੀ ਹੀ ਵਰਤੋਂ ਕਰਦੇ ਨੇ ਤਾਂ ਕਿ ਅਸੀਂ ਨੈਟ ਅਸੈਸ ਵਧੀਆ ਕਰ ਸਕੀਏ। ਇਸ ਦੀਆਂ ਬਹੁਤ ਸਾਰੀਆਂ ਐਡਵਾਂਟੇਜਸ ਨੇ ਐਜ਼ ਕੰਪੇਅਰ ਟੂ ਸਿੰਪਲ ਵਾਇਰ, ਇਸੇ ਲਈ ਇਸ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਨਾਲ ਅਸੀਂ ਕਈ ਗੀਗਾਬਾਈਟਸ ਤੱਕ ਡਾਟਾ, ਆਵਾਜ਼, ਵੀਡੀਓ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜ ਸਕਦੇ ਹਾਂ। ਆਪਟੀਕਲ ਫਾਈਬਰ ਕਿੱਦਾਂ ਕੰਮ ਕਰਦੀ ਹੈ? ਸਭ ਤੋਂ ਪਹਿਲਾਂ ਫਰਸਟ ਲਾਈਨ, ਇਟ ਇਜ਼ ਮੇਡ ਅਪ ਆਫ ਪਲਾਸਟਿਕ ਐਂਡ ਗਲਾਸ। ਇਹ ਸ਼ੀਸ਼ੇ ਜਾਂ ਪਲਾਸਟਿਕ ਦੀ ਬਣੀ ਹੁੰਦੀ ਹੈ। ਇਹਦੇ ਨਾਲ ਅਸੀਂ ਡਾਟਾ, ਵੌਇਸ, ਆਡੀਓ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਭੇਜ ਸਕਦੇ ਹਾਂ। ਇਹ ਇੱਕ ਫਲੈਕਸੀਬਲ ਕੇਬਲ ਹੈ। ਇਹ ਡਾਟਾ ਨੂੰ ਲੈ ਕੇ ਕਿਵੇਂ ਜਾਂਦੀ ਹੈ? ਇਹ ਇਲੈਕਟ੍ਰੀਕਲ ਸਿਗਨਲ ਨੂੰ ਲਾਈਟ ਦੇ ਵਿੱਚ ਕਨਵਰਟ ਕਰਕੇ ਫੇਰ ਟਰੈਵਲ ਕਰਾਉਂਦੀ ਹੈ ਇੱਕ ਥਾਂ ਤੋਂ ਦੂਸਰੀ ਜਗ੍ਹਾ। ਇਟ ਮੀਨਸ ਇਸ ਵਿੱਚ ਜਿਹੜਾ ਸਾਡਾ ਇਲੈਕਟ੍ਰੀਕਲ ਸਿਗਨਲ ਹੈ ਉਹ ਲਾਈਟ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਸੋ ਇਹ ਸੀਗੀ ਸਾਡੀ ਡੈਫੀਨੇਸ਼ਨ। ਨੈਕਸਟ ਆਪਾਂ ਕਰਦੇ ਹਾਂ ਇਸ ਦੀ ਸਟਰਕਚਰ। ਇਸ ਨੂੰ ਸਮਝਣ ਦੇ ਲਈ 4 ਹਿੱਸਿਆਂ ਵਿੱਚ ਵੰਡਿਆ ਗਿਆ ਹੈ: ਜੈਕਟ, ਬਫਰ, ਕਲੈਡਿੰਗ, ਕੋਰ। ਜਿਹੜੀ ਜੈਕਟ ਹੈ ਉਹ ਤਕਰੀਬਨ 400 ਮਾਈਕਰੋਮੀਟਰ ਦੀ ਹੁੰਦੀ ਹੈ। ਬਫਰ 250 ਮਾਈਕਰੋਮੀਟਰ, cladding 125 ਮਾਈਕਰੋਮੀਟਰ ਐਂਡ ਕੋਰ 8 ਮਾਈਕਰੋਮੀਟਰ। ਜ਼ਰੂਰੀ ਨਹੀਂ ਇਹੀ ਹੋਵੇ, ਲਗਭਗ ਇਹ ਹੁੰਦੀ ਹੈ। ਜਿਹੜੀ ਆਪਟੀਕਲ ਫਾਈਬਰ ਸਾਨੂੰ ਮਿਲਦੀ ਹੈ ਉਹ 0.25 ਤੋਂ 0.5 ਮਿਲੀਮੀਟਰ ਤੱਕ ਦੀ ਹੁੰਦੀ ਹੈ। ਅਲੱਗ-ਅਲੱਗ ਐਪਲੀਕੇਸ਼ਨਸ ਦੇ ਅਕੋਰਡਿੰਗ ਅਸੀਂ ਇਹਦੀ ਥਿਕਨੈਸ ਨੂੰ ਸਿਲੈਕਟ ਕਰਦੇ ਹਾਂ, ਲੇਕਿਨ ਹਿੱਸੇ ਸਭ ਦੇ 4 ਹੀ ਹੁੰਦੇ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੈਕਟ ਦੀ। ਜੈਕਟ ਹੈ ਕਿਸੇ ਵੀ ਤਾਰ ਦਾ ਜਿਹੜਾ ਉੱਪਰਲਾ ਕਵਰ ਹੈ। ਜਦੋਂ ਅਸੀਂ ਕਨੈਕਸ਼ਨ ਦੇਣਾ ਹੁੰਦਾ ਹੈ ਅਸੀਂ ਜੈਕਟ ਨੂੰ ਸਾਈਡ ਤੇ ਕਰਕੇ ਫਿਰ ਕਨੈਕਸ਼ਨ ਦਿੰਨੇ ਆ। ਇਹ ਸਾਡੇ ਫਾਈਬਰ ਦੇ ਬੰਡਲਸ ਨੂੰ ਪ੍ਰੋਟੈਕਸ਼ਨ ਦਿੰਦੀ ਹੈ, ਕਿਉਂਕਿ ਜਿਹੜੀ ਵਿੱਚ ਫਾਈਬਰ ਹੈ ਉਹ ਬਹੁਤ ਹੀ ਬਰੀਕ ਹੁੰਦੀ ਹੈ। ਕਿਸੇ ਵੀ ਤਾਰ ਨੂੰ ਪ੍ਰੋਟੈਕਟ ਕਰਨ ਲਈ ਵੈਸੇ ਜੈਕਟ ਸਾਰਿਆਂ ਦੇ ਉੱਪਰ ਹੁੰਦੀ ਹੈ। ਆਪਾਂ ਕਹਿ ਸਕਦੇ ਹਾਂ ਕਿ ਜੈਕਟ ਦੇ ਨਾਲ ਸਾਡੇ ਜਿਹੜੇ ਤਾਰ ਦਾ ਇੰਟਰਨਲ ਮਟੀਰੀਅਲ ਹੈ ਉਹਨੂੰ ਸੁਰੱਖਿਆ ਮਿਲਦੀ ਹੈ। ਇਹ ਕੇਬਲ ਜੈਕਟ ਵੱਖ-ਵੱਖ ਰੰਗਾਂ ਦੀ ਆਉਂਦੀ ਹੈ। ਰੰਗਾਂ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਵੀ ਇਹਦੇ ਵਿੱਚ ਜਿਹੜੀ ਕੋਰ ਹੈ ਉਹ ਸਿੰਗਲ ਮੋਡ ਹੈ ਜਾਂ ਮਲਟੀ ਮੋਡ ਹੈ। ਜਿਵੇਂ ਕਿ ਅਗਰ ਪੀਲੀ ਜੈਕਟ ਹੈ ਤਾਂ ਸਿੰਗਲ ਮੋਡ ਹੈ, ਅਗਰ ਸੰਤਰੀ ਜੈਕਟ ਹੈ ਤਾਂ ਮਲਟੀ ਮੋਡ ਕੇਬਲ ਹੈ। ਨੈਕਸਟ ਇਜ਼ ਬਫਰ। ਬਫਰ ਦਾ ਮੁੱਖ ਕੰਮ ਹੈ ਫਾਈਬਰ ਨੂੰ ਖਰਾਬ ਹੋਣ ਤੋਂ ਬਚਾਉਣਾ। ਇਹ ਜਾਲੀਦਾਰ ਰੂਪ ਦੇ ਵਿੱਚ ਹੁੰਦੀ ਹੈ। ਇੱਕ ਕੋਰ ਦੇ ਵਿੱਚ ਕਿੰਨੇ ਹਜ਼ਾਰ ਫਾਈਬਰਸ ਹੁੰਦੇ ਨੇ, ਉਹ ਸੇਫ ਰਹਿਣ ਇਹਦੇ ਲਈ ਬਫਰ ਲਗਾਈ ਜਾਂਦੀ ਹੈ, ਜਾਲੀਦਾਰ ਇੱਕ ਲੇਅਰ ਲਗਾਈ ਜਾਂਦੀ ਹੈ। ਨੈਕਸਟ ਇਜ਼ ਕਲੈਡਿੰਗ। ਕਲੈਡਿੰਗ ਇਸ ਲਈ ਲਗਾਈ ਜਾਂਦੀ ਹੈ ਤਾਂ ਕਿ ਅਗਰ ਕੋਰ ਤੋਂ ਲਾਈਟ ਰਿਫਲੈਕਟ ਹੋਵੇ ਤਾਂ ਉਹ ਕਲੈਡਿੰਗ ਤੋਂ ਵਾਪਸ ਆ ਜਾਏ। ਇਟ ਮੀਨਸ ਰਿਫਲੈਕਟ ਬੈਕ ਕਰਨ ਵਾਸਤੇ ਲਾਈਟ ਨੂੰ ਇਸ ਕਲੈਡਿੰਗ ਦੀ ਲੇਅਰ ਲਗਾਈ ਜਾਂਦੀ ਹੈ। ਕੋਰ ਸਭ ਤੋਂ ਜ਼ਰੂਰੀ ਹਿੱਸਾ ਹੈ। ਸਭ ਤੋਂ ਅੰਦਰੂਨੀ ਹਿੱਸੇ ਨੂੰ ਕੋਰ ਕਿਹਾ ਜਾਂਦਾ ਹੈ, ਜਿਹੜਾ ਬਹੁਤ ਹੀ ਪਤਲੇ ਕੱਚ ਜਾਂ ਪਲਾਸਟਿਕ ਦਾ ਬਣਿਆ ਹੁੰਦਾ ਹੈ। ਇੱਕ ਕੋਰ ਕਿੰਨੇ ਹਜ਼ਾਰ ਫਾਈਬਰਸ ਤੋਂ ਮਿਲ ਕੇ ਬਣਦੀ ਹੈ। ਅਲੱਗ-ਅਲੱਗ ਡਾਇਆਮੀਟਰ ਦੇ ਕੋਰਸ ਆਉਂਦੇ ਨੇ। ਐਪਲੀਕੇਸ਼ਨ ਅਕੋਰਡਿੰਗ ਅਸੀਂ ਇਹਨਾਂ ਨੂੰ ਚੂਜ਼ ਕਰਦੇ ਹਾਂ। ਇਸ ਕੋਰ ਦੇ ਵਿੱਚ ਹੀ ਸਾਡਾ ਇਲੈਕਟ੍ਰੀਕਲ ਸਿਗਨਲ ਲਾਈਟ ਦਾ ਰੂਪ ਲੈ ਕੇ ਟਰੈਵਲ ਕਰਦਾ ਹੈ। ਆਪਾਂ ਨੂੰ ਪਤਾ ਹੀ ਹੈ ਕਿ ਆਪਟੀਕਲ ਫਾਈਬਰ ਸਾਡੇ ਇਲੈਕਟ੍ਰੀਕਲ ਸਿਗਨਲ ਨੂੰ ਲਾਈਟ 'ਚ ਬਦਲਦੀ ਹੈ। ਉਹ ਲਾਈਟ ਇਸ ਕੋਰ ਦੀ ਹੈਲਪ ਨਾਲ ਹੀ ਅੱਗੇ
ਟਰੈਵਲ ਕਰਦੀ ਹੈ। ਨੈਕਸਟ ਆਪਾਂ ਕਰਦੇ ਹਾਂ ਇਸ ਦੀਆਂ ਕਿਸਮਾਂ। ਇਸ ਦੀਆਂ ਕਿਸਮਾਂ ਨੇ ਸਿੰਗਲ ਮੋਡ, ਮਲਟੀ ਮੋਡ। ਮਲਟੀ ਮੋਡ ਦੀਆਂ ਫਰਦਰ ਦੋ ਕਿਸਮਾਂ ਨੇ, ਸਟੈਪ ਇੰਡੈਕਸ ਐਂਡ ਗ੍ਰੇਡਡ ਇੰਡੈਕਸ। ਡਾਇਗਰਾਮ ਤੋਂ ਹੀ ਆਪਾਂ ਨੂੰ ਕਲੀਅਰ ਹੋ ਰਿਹਾ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਿੰਗਲ ਮੋਡ ਦੀ। ਸਿੰਗਲ ਮੋਡ ਦੇ ਵਿੱਚ ਸਿਰਫ ਇੱਕ ਹੀ ਫਾਈਬਰ ਹੁੰਦੀ ਹੈ ਜੋ ਇੱਕ ਹੀ ਸਿਗਨਲ ਨੂੰ ਟਰੈਵਲ ਕਰਾਉਂਦੀ ਹੈ, ਭਾਵ ਇੱਕ ਹੀ ਸਿਗਨਲ ਦਾ ਡਾਟਾ ਲੈ ਕੇ ਜਾਂਦੀ ਹੈ। ਟੈਲੀਫੋਨ ਤੇ ਟੀਵੀ ਦੇ ਵਿੱਚ ਇਹ ਆਮ ਤੌਰ ਤੇ ਵਰਤੀ ਜਾਂਦੀ ਹੈ। ਟੀਵੀ ਦੇ ਵਿੱਚ ਤਾਂ ਆਪਾਂ ਇਹਨੂੰ ਘਰੇ ਦੇਖਦੇ ਹੀ ਆ ਕਿ ਸਿਰਫ ਇੱਕ ਹੀ ਤਾਰ ਹੁੰਦੀ ਹੈ ਉਹਦੇ ਵਿੱਚ, ਜੋ ਆਪਾਂ ਕੇਬਲ ਲਈ ਆਪਣੇ ਡਿਸ਼ ਤੋਂ ਟੀਵੀ ਦੇ ਕਨੈਕਸ਼ਨ ਲਈ ਵਰਤਦੇ ਆ। ਅਗਰ ਉਹਨੂੰ ਧਿਆਨ ਨਾਲ ਦੇਖੋਗੇ ਤਾਂ ਇੱਕ ਸਿੰਗਲ ਲਾਈਨ ਹੀ ਹੁੰਦੀ ਹੈ, ਇੱਕ ਸਿੰਗਲ ਫਾਈਬਰ ਹੀ ਹੁੰਦਾ। ਨੈਕਸਟ ਆਪਾਂ ਗੱਲ ਕਰਦੇ ਹਾਂ ਮਲਟੀ ਮੋਡ ਦੀ। ਮਲਟੀ ਮੋਡ ਤੋਂ ਭਾਵ ਹੈ ਜਿਹਦੇ ਵਿੱਚ ਕਈ ਸਾਰੇ ਫਾਈਬਰ ਹੋਣ, ਇੱਕ ਤੋਂ ਵੱਧ ਫਾਈਬਰ ਵਾਲੀ ਤਾਰ ਨੂੰ ਮਲਟੀ ਮੋਡ ਕਿਹਾ ਜਾਂਦਾ ਹੈ। ਕੰਪਿਊਟਰ ਨੈਟਵਰਕ ਲੈਣ ਦੇ ਲਈ ਇਸ ਦੀ ਵਰਤੋਂ ਜ਼ਿਆਦਾਤਰ ਕੀਤੀ ਜਾਂਦੀ ਹੈ। ਹੁਣ ਜਿਹੜਾ ਸਟੈਪ ਇੰਡੈਕਸ ਅਤੇ ਗ੍ਰੇਡਡ ਇੰਡੈਕਸ ਦਾ ਡਿਫਰੈਂਸ ਹੈ, ਇਹ ਡਿਪੈਂਡ ਕਰਦਾ ਹੈ ਵੀ ਜਿਹੜੀ ਕੋਰ ਅਸੀਂ ਵਰਤੀ ਹੈ ਉਹਦਾ ਮਟੀਰੀਅਲ ਕਿਹੜਾ। ਜਿਵੇਂ ਕਿ ਸਾਨੂੰ ਪਤਾ ਹੈ ਜਿਹੜੀ ਆਪਟੀਕਲ ਫਾਈਬਰ ਹੈ ਉਹ ਇਨਫ੍ਰੈਕਟਿਵ ਇੰਡੈਕਸ ਦੇ ਸਿਧਾਂਤ ਤੇ ਕੰਮ ਕਰਦੀ ਹੈ। ਇਸ ਸਿਧਾਂਤ ਦੇ ਮੁਤਾਬਕ ਹੀ ਲਾਈਟ ਟਰੈਵਲ ਹੁੰਦੀ ਹੈ। ਅਗਰ ਸਾਡੀ ਕੋਰ ਜਿਸ ਦਾ ਰਿਫਰੈਕਟਿਵ ਇੰਡੈਕਸ ਸੇਮ ਹੈ, ਪੂਰੀ ਕੇਬਲ ਦਾ ਇੱਕੋ ਹੀ ਹੈ, ਕਲੈਡਿੰਗ ਤੇ ਜਾ ਕੇ ਘਟੇਗਾ, ਪਰ ਸੇਮ ਜਿੰਨੀਆਂ ਵੀ ਤਾਰਾਂ ਹੋਣਗੀਆਂ, ਜਿੰਨੀਆਂ ਵੀ ਫਾਈਬਰ ਹੋਣਗੀਆਂ, ਉਹਦਾ ਸੈਂਟਰ ਤੋਂ ਸਾਈਡ ਵੱਲ ਨੂੰ ਇੰਡੈਕਸ ਸੇਮ ਹੈ, ਉਹ ਹੁੰਦੀ ਹੈ ਸਟੈਪ ਇੰਡੈਕਸ। ਘੱਟ ਦੂਰੀ ਵਾਸਤੇ ਸਟੈਪ ਇੰਡੈਕਸ ਮਲਟੀ ਮੋਡ ਵਰਤੀ ਜਾਂਦੀ ਹੈ। ਇਸ ਦੀ ਕੀਮਤ ਵੀ ਘੱਟ ਹੈ। ਜਿਹੜੀ ਮਲਟੀ ਮੋਡ ਗ੍ਰੇਡਡ ਇੰਡੈਕਸ ਹੈ, ਇਹ ਸਭ ਤੋਂ ਹਾਈ ਕੁਆਲਿਟੀ ਆਪਟੀਕਲ ਫਾਈਬਰ ਹੈ, ਸਭ ਤੋਂ ਮਹਿੰਗੀ ਫਾਈਬਰ ਹੈ। ਲੌਂਗ ਡਿਸਟੈਂਸ ਦੇ ਲਈ ਇਸ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਹਦੇ ਨਾਲ ਐਫੀਸ਼ੀਐਂਸੀ ਵੱਧਦੀ ਹੈ। ਇਸ ਦੇ ਵਿੱਚ ਡਿਫਰੈਂਸ ਕੀ ਹੈ? ਇਸ ਵਿੱਚ ਜਿਹੜੀ ਕੋਰ ਵਰਤੀ ਜਾਂਦੀ ਹੈ ਉਹਦੇ ਸੈਂਟਰ ਦੇ ਵਿੱਚ ਰਿਫਰੈਕਟਿਵ ਇੰਡੈਕਸ ਹਾਈ ਹੁੰਦਾ ਹੈ। ਜਿਉਂ ਨੂੰ ਆਪਾਂ ਸਾਈਡ ਵੱਲ ਨੂੰ ਆਉਨੇ ਆ, ਸੈਂਟਰ ਟੂ ਸਾਈਡ ਵੱਲ ਨੂੰ ਜਿਵੇਂ ਮੂਵ ਕਰਦੇ ਆ, ਜਿਹੜਾ ਇੰਡੈਕਸ ਹੈ ਉਹ ਘਟੀ ਜਾਂਦਾ ਹੈ। ਇਟ ਮੀਨਸ ਜਿੰਨੀਆਂ ਵੀ ਫਾਈਬਰਸ ਇਹਦੇ ਵਿੱਚ ਹੁੰਦੀਆਂ ਉਹਦਾ ਰਿਫਰੈਕਟਿਵ ਇੰਡੈਕਸ ਵੇਰੀ ਕਰਦਾ ਹੈ ਸੈਂਟਰ ਟੂ ਸਾਈਡ ਵੱਲ ਨੂੰ। ਇਸੇ ਕਰਕੇ ਇਹ ਜ਼ਿਆਦਾ ਸਿਕਿਉਰ ਮੰਨੀ ਜਾਂਦੀ ਹੈ, ਲੇਕਿਨ ਇਸ ਦੀ ਕੀਮਤ ਜ਼ਿਆਦਾ ਹੈ। ਨੈਕਸਟ ਆਪਾਂ ਕਰਾਂਗੇ ਆਪਟੀਕਲ ਫਾਈਬਰ ਕਮਿਊਨੀਕੇਸ਼ਨ ਸਿਸਟਮ ਦਾ ਬਲੌਕ ਡਾਇਗਰਾਮ। ਜਿਵੇਂ ਕਿ ਤੁਹਾਨੂੰ ਡਾਇਗਰਾਮ 'ਚ ਦਿਖਾਈ ਦੇ ਰਿਹਾ ਹੈ, ਇਨਪੁਟ ਡਾਟਾ ਦਿੱਤਾ 01 ਦੀ ਫਾਰਮ 'ਚ, ਫਿਰ ਇੱਕ ਟਰਾਂਸਮੀਟਰ ਸਰਕਿਟ ਹੈ, ਲਾਈਟ ਸੋਰਸ ਲੱਗਿਆ ਹੈ। ਲਾਈਟ ਸੋਰਸ ਤੋਂ ਬਾਅਦ ਇੱਕ ਤਾਰ ਦੇ ਨਾਲ, ਆਪਟੀਕਲ ਕੇਬਲ ਦੇ ਨਾਲ ਅਸੀਂ ਰਿਸੀਵਰ ਤੱਕ ਪਹੁੰਚਾਇਆ। ਰਿਸੀਵਰ ਤੇ ਡਿਟੈਕਟਰ ਨੇ ਡਾਟਾ ਰਿਸੀਵ ਕੀਤਾ, ਫਿਰ ਰਿਸੀਵਰ ਸਰਕਿਟ ਨੂੰ ਦਿੱਤਾ ਤੇ ਸਾਨੂੰ ਆਉਟਪੁੱਟ ਮਿਲ ਗਈ। ਅਸੀਂ ਇੱਥੇ ਫੋਕਸ ਕਰਾਂਗੇ ਟਰਾਂਸਮੀਟਰ ਸਰਕਿਟ ਤੇ। ਪਹਿਲਾਂ ਕੋਈ ਵੀ ਇਨਪੁਟ ਜੋ ਟਰਾਂਸਮੀਟਰ ਨੂੰ ਦਿੱਤੀ ਗਈ ਹੈ ਉਹ ਇਲੈਕਟ੍ਰੀਕਲ ਸਿਗਨਲ ਹੈ। ਉਸ ਤੋਂ ਬਾਅਦ ਇੱਕ ਲਾਈਟ ਸੋਰਸ ਲੱਗਿਆ ਹੈ। ਲਾਈਟ ਸੋਰਸ ਕੀ ਕਰੇਗਾ? ਟਰਾਂਸਮੀਟਰ ਤੋਂ ਜਿਹੜੀ ਇਲੈਕਟ੍ਰੀਕਲ ਸਿਗਨਲ ਉਸ ਨੂੰ ਮਿਲਿਆ, ਉਸ ਇਲੈਕਟ੍ਰੀਕਲ ਸਿਗਨਲ ਨੂੰ ਲਾਈਟ ਸਿਗਨਲ ਦੇ ਵਿੱਚ ਤਬਦੀਲ ਕਰ ਦੇਗਾ, ਕਿਉਂਕਿ ਆਪਟੀਕਲ ਫਾਈਬਰ ਲਾਈਟ ਨੂੰ ਹੀ ਟਰੈਵਲ ਕਰਾ ਸਕਦੀ ਹੈ। ਇਸ ਲਈ ਅਸੀਂ ਇਲੈਕਟ੍ਰੀਕਲ ਸਿਗਨਲ ਨੂੰ ਵਿਦ ਦਾ ਹੈਲਪ ਆਫ ਲਾਈਟ ਸੋਰਸ ਲਾਈਟ ਸਿਗਨਲ ਦੇ ਵਿੱਚ ਕਨਵਰਟ ਕਰਾਂਗੇ। ਲਾਈਟ ਸੋਰਸ ਇਸੇ ਲਈ ਇਸ ਡਾਇਗਰਾਮ ਦੇ ਵਿੱਚ ਲਗਾਇਆ ਗਿਆ ਹੈ ਕਿਉਂਕਿ ਟਰਾਂਸਮੀਟਰ ਤੋਂ ਜਿਹੜਾ ਇਲੈਕਟ੍ਰੀਕਲ ਸਿਗਨਲ ਮਿਲਿਆ ਉਸ ਨੂੰ ਇਹ ਲਾਈਟ ਸਿਗਨਲ ਦੇ ਵਿੱਚ ਕਨਵਰਟ ਕਰੇਗਾ। ਫਿਰ ਉਹ ਸਾਡੇ ਆਪਟੀਕਲ ਫਾਈਬਰ ਕੇਬਲ ਨੂੰ ਦਿੱਤਾ ਜਾਏਗਾ, ਜੋ ਸਾਡੇ ਟਰਾਂਸਮਿਸ਼ਨ ਚੈਨਲ ਦੇ ਤੌਰ ਤੇ ਇੱਥੇ ਅਸੀਂ ਲਗਾਈ ਹੈ। ਕਿਉਂਕਿ ਜਦੋਂ ਵੀ ਅਸੀਂ ਟਰਾਂਸਮੀਟਰ ਤੋਂ ਰਿਸੀਵਰ ਤੱਕ ਸਿਗਨਲ ਭੇਜਣਾ ਹੈ, ਸਾਨੂੰ ਕਿਸੇ ਨਾ ਕਿਸੇ ਚੈਨਲ ਥਰੂ ਪਹੁੰਚਾਉਣਾ ਪੈਂਦਾ ਹੈ। ਇੱਥੇ ਸਾਡਾ ਚੈਨਲ ਹੈ ਆਪਟੀਕਲ ਫਾਈਬਰ। ਆਪਟੀਕਲ ਫਾਈਬਰ ਸਿਰਫ ਲਾਈਟ ਟਰੈਵਲ ਕਰਾਉਂਦੀ ਹੈ, ਇਸ ਲਈ ਅਸੀਂ ਲਾਈਟ ਸੋਰਸ ਦੀ ਹੈਲਪ ਦੇ ਨਾਲ ਸਾਡੇ ਇਲੈਕਟ੍ਰੀਕਲ ਸਿਗਨਲ ਨੂੰ ਪਹਿਲਾਂ ਲਾਈਟ ਸਿਗਨਲ ਦੇ ਵਿੱਚ ਤਬਦੀਲ ਕੀਤਾ ਹੈ, ਫਿਰ ਅਸੀਂ ਆਪਟੀਕਲ ਕੇਬਲ ਨੂੰ ਦੇ ਦਾਂਗੇ। ਆਪਟੀਕਲ ਕੇਬਲ ਉਹ ਸਾਰਾ ਲਾਈਟ ਦੇ ਵਿੱਚ ਕਨਵਰਟ ਕੀਤਾ ਹੋਇਆ ਡਾਟਾ ਸਾਡੇ ਰਿਸੀਵਰ ਤੱਕ ਪਹੁੰਚਾਊਗੀ। ਰਿਸੀਵਰ ਤੇ ਸਭ ਤੋਂ ਪਹਿਲਾਂ ਉਹ ਡਾਟਾ ਸਾਡਾ ਡਿਟੈਕਟਰ ਰਿਸੀਵ ਕਰੂਗਾ।
ਡਿਟੈਕਟਰ ਦਾ ਕੀ ਕੰਮ ਹੈ? ਜਿਹੜਾ ਆਪਟੀਕਲ ਸਿਗਨਲ, ਲਾਈਟ ਸਿਗਨਲ ਉਹਨੇ ਰਿਸੀਵ ਕੀਤਾ ਹੈ, ਉਹਨੂੰ ਵਾਪਸ ਇਲੈਕਟ੍ਰੀਕਲ 'ਚ ਬਦਲ ਕੇ ਸਾਡੇ ਰਿਸੀਵਰ ਸਰਕਿਟ ਨੂੰ ਦੇ ਦੂਗਾ ਤਾਂ ਕਿ ਫਰਦਰ ਆਊਟਪੁੱਟ ਅਸੀਂ ਲੈ ਸਕੀਏ। ਡਿਟੈਕਟਰ ਦਾ ਕੰਮ ਇੱਥੇ ਕੀ ਹੈ? ਆਪਟੀਕਲ ਸਿਗਨਲ ਨੂੰ ਵਾਪਸ ਇਲੈਕਟ੍ਰੀਕਲ 'ਚ ਕਨਵਰਟ ਕਰਕੇ ਰਿਸੀਵਰ ਨੂੰ ਦੇਣਾ। ਥੋੜੀ ਦੂਰੀ ਲਈ ਅਗਰ ਅਸੀਂ ਘੱਟ ਦੂਰੀ ਤੇ ਸਾਡਾ ਡਾਟਾ ਪਹੁੰਚਾਉਣਾ ਹੈ ਤਾਂ ਅਸੀਂ ਯੂਜ਼ ਕਰਦੇ ਹਾਂ ਮਲਟੀ ਮੋਡ ਸਟੈਪ ਇੰਡੈਕਸ ਫਾਈਬਰ, ਔਰ ਉੱਥੇ ਲਾਈਟ ਸੋਰਸ ਅਸੀਂ ਵਰਤਦੇ ਹਾਂ LED, ਡਿਟੈਕਟਰ ਉੱਥੇ ਵਰਤਦੇ ਹਾਂ ਪਿਨ ਡਾਇਓਡ। ਤਿੰਨ ਚੀਜ਼ਾਂ ਮੇਨ ਨੇ ਇਹਦੇ ਵਿੱਚ। ਅਗਰ ਆਪਾਂ ਘੱਟ ਡਿਸਟੈਂਸ ਤੇ ਸਾਡੇ ਡਾਟੇ ਨੂੰ ਪਹੁੰਚਾਉਣਾ ਹੈ ਤਾਂ ਲਾਈਟ ਸੋਰਸ LED, ਫਾਈਬਰ ਮਲਟੀ ਮੋਡ ਸਟੈਪ ਇੰਡੈਕਸ, ਡਿਟੈਕਟਰ ਸਾਡਾ ਪਿਨ ਡਾਇਓਡ। ਜੇਕਰ ਅਸੀਂ ਲੰਬੀ ਦੂਰੀ ਤੇ ਸਾਡੇ ਡਾਟੇ ਨੂੰ ਪਹੁੰਚਾਉਣਾ ਹੈ ਤਾਂ ਸਾਨੂੰ ਬਹੁਤ ਸਾਰੇ ਕਪਲਰ, ਰਿਪੀਟਰ, ਐਂਪਲੀਫਾਇਰਸ ਦੀ ਵਰਤੋਂ ਕਰਨੀ ਹੀ ਪੈਂਦੀ ਹੈ। ਇਹਦੇ ਨਾਲ ਹੀ ਜਿਹੜਾ ਸਾਡਾ ਲਾਈਟ ਸੋਰਸ ਹੈ ਉਹ ਸਾਨੂੰ ਲੇਜ਼ਰ ਡਾਇਓਡ ਵਰਤਣਾ ਪੈਂਦਾ ਹੈ। ਫਾਈਬਰ ਦੀ ਕਿਸਮ ਅਸੀਂ ਸਿੰਗਲ ਮੋਡ ਫਾਈਬਰ ਲੈਂਦੇ ਆ, ਲੰਬੀ ਦੂਰੀ ਤੱਕ ਸੇਫਲੀ ਡਾਟਾ ਪਹੁੰਚ ਸਕੇ। ਔਰ ਜੋ ਡਿਟੈਕਟਰ ਹੈ ਉਹ ਅਸੀਂ ਅਵਲਾਂਚ ਫੋਟੋ ਡਾਇਓਡ ਦੀ ਵਰਤੋਂ ਕਰਦੇ ਹਾਂ। ਸੋ ਇਹ ਸੀਗਾ ਸਾਡਾ OFC ਸਿਸਟਮ ਬਲੌਕ ਡਾਇਗਰਾਮ। ਨੈਕਸਟ ਨੇ ਐਡਵਾਂਟੇजेस। ਇਸਦੀ ਟਰਾਂਸਮਿਸ਼ਨ ਬੈਂਡਵਿਡਥ ਕਾਫੀ ਹਾਈ ਹੈ, ਇਸ ਨਾਲ ਵੱਧ ਡਾਟਾ ਟਰਾਂਸਮਿਟ ਕੀਤਾ ਜਾ ਸਕਦਾ ਹੈ। ਲੰਬੀ ਦੂਰੀ ਤੇ ਡਾਟਾ ਅਗਰ ਅਸੀਂ ਆਪਟੀਕਲ ਫਾਈਬਰ ਨਾਲ ਭੇਜਾਂਗੇ ਤਾਂ ਲੌਸਿਸ ਬਹੁਤ ਹੀ ਘੱਟ ਹੁੰਦੇ ਨੇ। ਆਪਟੀਕਲ ਫਾਈਬਰ ਨਾਲ ਸਾਡਾ ਡਾਟਾ ਸੁਰੱਖਿਅਤ ਰਹਿੰਦਾ ਹੈ, ਕਿਸੇ ਵੀ ਇਲੈਕਟ੍ਰੋਮੈਗਨੈਟਿਕ ਇੰਟਰਫੇਰੈਂਸ ਦਾ ਅਸਰ ਇਸ ਤੇ ਨਹੀਂ ਹੁੰਦਾ। ਪੁਆਇੰਟ ਨੰਬਰ 6, ਕਿਸੇ ਵੀ ਇਲੈਕਟ੍ਰੀਕਲ ਨੋਇਸ ਦਾ ਪ੍ਰਭਾਵ ਇਸ ਤੇ ਨਹੀਂ ਪੈਂਦਾ। ਕਾਪਰ ਦੀ ਤਾਰ ਦੇ ਮੁਕਾਬਲੇ ਇਸ ਦਾ ਭਾਰ ਘੱਟ ਹੈ ਤੇ ਇਹ ਘੱਟ ਸਪੇਸ ਆਕੂਪਾਈ ਕਰਦੀ ਹੈ। ਇਸ ਵਿੱਚ ਕੋਈ ਵੀ ਸਪਾਰਕ ਹੋਣ ਦਾ ਡਰ ਨਹੀਂ ਹੈ। ਇਹ ਜੰਗ ਰਹਿਤ ਹੈ, ਆਸਾਨੀ ਨਾਲ ਇਸ ਨੂੰ ਮੋੜ ਸਕਦੇ ਹਾਂ। ਇਹ ਫਲੈਕਸੀਬਲ ਹੈ। ਗਲਾਸ ਤੋਂ ਬਣੀ ਹੋਣ ਕਰਕੇ ਕਾਪਰ ਵਾਇਰ ਤੋਂ ਇਸ ਦੀ ਕੀਮਤ ਘੱਟ ਹੈ। ਇਸ ਦਾ ਲਾਈਫ ਟਾਈਮ ਭਾਵ ਇਹਦਾ ਜੀਵਨ ਕਾਲ ਕਾਫੀ ਲੰਬਾ ਹੁੰਦਾ ਹੈ, ਲੰਬਾ ਸਮਾਂ ਸਾਡਾ ਸਾਥ ਦਿੰਦੀ ਹੈ। ਇਹ ਕਾਫੀ ਭਰੋਸੇਯੋਗ ਹੈ। ਸੋ ਇਹ ਸੀ ਆਪਣਾ ਟੌਪਿਕ ਆਪਟੀਕਲ ਫਾਈਬਰ, ਉਸਦੀ ਬਲੌਕ ਡਾਇਗਰਾਮ, ਐਡਵਾਂਟੇਜ, ਕਿਸਮਾਂ। ਮਿਲਦੇ ਹਾਂ ਨੈਕਸਟ ਵੀਡੀਓ 'ਚ ਨੈਕਸਟ ਟੌਪਿਕ ਨਾਲ। ਥੈਂਕ ਯੂ।